ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ ਆਸਾ ਮਹਲਾ ਪਹਿਲਾ ਦੇ ਤੀਸਰੇ ਸ਼ਬਦ ਦੀ ਵਾਰੀ ਹੈ ਜੀ। ਏਕ ਓਂਕਾਰ ਸਤਿਗੁਰੂ ਪ੍ਰਸਾਦ। ਆਸਾ ਮਹਲਾ ਪਹਿਲਾ। ਲੇਖ ਅਸੰਖ ਲਿਖ ਲਿਖ ਮਾਨ, ਮਨ ਮਾਨੀਏ ਸਚ ਸੁਰਤ ਬਖਾਨ। ਲੇਖ ਅਸੰਖ ਲਿਖ ਲਿਖ ਮਾਨ, ਮਨ ਮਾਨੀਏ ਸਚ ਸੁਰਤ ਸਮਬਖਾਨ। ਕਥਨੀ ਬਦਨੀ ਪੜ ਪੜ ਭਾਰ, ਲੇਖ ਅਸੰਖ ਲੇਖ ਅਪਾਰ। ਕਥਨੀ ਬਦਨੀ ਪੜ ਪੜ ਭਾਰ, ਲੇਖ ਅਸੰਖ ਲੇਖ ਅਪਾਰ। ਐਸਾ ਸਾਚਾ ਤੂੰ ਏਕੋ ਜਾਣ, ਜੰਮਣ ਵਰਨਾ ਹੁਕਮ ਪਛਾਣ ਰਹਾਓ। ਐਸਾ ਸਾਚਾ ਤੂੰ ਏਕੋ ਜਾਣ, ਜੰਮਣ ਵਰਨਾ ਹੁਕਮ ਪਛਾਣ ਰਹਾਓ। ਮਾਇਆ ਮੋਹ ਜਗ ਬਾਂਧਾ ਜਮ ਕਾਲ, ਬਾਂਧਾ ਝੂਟੇ ਨਾਮ ਸਮਾਲ। ਮਾਇਆ ਮੋਹ ਜਗ ਬਾਂਧਾ ਸਮਕਾਲ, ਬਾਂਧਾ ਛੂਟੇ ਨਾਮ ਸਮਾਲ। ਗੁਰ ਸੁਖ ਦਾਤਾ ਅਵਰ ਨ ਪਾਲ, ਪਲਤ ਪਲਤ ਤੁਧ ਨਿਭੀ ਤੁਧ ਨਾਲ। ਗੁਰ ਸੁਖ ਦਾਤਾ ਅਵਰ ਨ ਪਾਲ, ਹਲਤ ਪਲਤ ਨਿਭੀ ਤੁਧ ਨਾਲ। ਸ਼ਬਦ ਮਰੇ ਤਾਂ ਏਕ ਲਿਵ ਲਾਏ, ਅਚਰਜ ਚਰੇ ਤਾਂ ਪਰਮ ਝੁਕਾਏ। ਸ਼ਬਦ ਮਰੇ ਤਾਂ ਏਕ ਲਿਵ ਲਾਏ, ਅਚਰਜ ਚਰੇ ਤਾਂ ਪਰਮ ਝੁਕਾਏ। ਜੀਵਨ ਮੁਕਤ ਮਨ ਨਾਮ ਵਸਾਏ, ਗੁਰਮੁਖ ਹੋਏ ਤਾਂ ਸੰਗ ਸਮਾਏ। ਜੀਵਨ ਮੁਕਤ ਮਨ ਨਾਮ ਵਸਾਏ, ਗੁਰਮੁਖ ਹੋਏ ਤਾਂ ਸੰਗ ਸਮਾਏ। ਜਿਨ ਤਰ ਸਾਜੀ ਗਗਨ ਆਕਾਸ, ਜਿਨ ਸਭ ਥਾਪੀ ਥਾਪ ਥਾਪ। ਜਿਨ ਤਰ ਸਾਜੀ ਗਗਨ ਆਕਾਸ, ਜਿਨ ਸਭ ਥਾਪੀ ਥਾਪ ਥਾਪ। ਸਰਬ ਨਿਰੰਤਰ ਆਪੇ ਆਪ, ਕਿਸੇ ਨ ਪੁੱਛੇ ਬਖਸ਼ੇ ਆਪ। ਸਰਬ ਨਿਰੰਤਰ ਆਪੇ ਆਪ, ਕਿਸੇ ਨ ਪੁੱਛੇ ਬਖਸ਼ੇ ਆਪ। ਤੂੰ ਪਰ ਸਾਗਰ ਤੂੰ ਮਾਣਕ ਹੀਰ, ਤੂੰ ਨਿਰਮਲ ਸੱਚ ਗੁਣੀ ਗਹੀਰ। ਤੂੰ ਪਰ ਸਾਗਰ ਤੂੰ ਮਾਣਕ ਹੀਰ, ਤੂੰ ਨਿਰਮਲ ਸੱਚ ਗੁਣੀ ਗਹੀਰ। ਸੁਖ ਮਾਨੇ ਭੇਟੇ ਗੁਰ ਪੀਰ, ਏਕੋ ਸਾਹਿਬ ਏਕ ਵਜ਼ੀਰ। ਸੁਖ ਮਾਨੇ ਭੇਟੇ ਗੁਰ ਪੀਰ, ਏਕੋ ਸਾਹਿਬ ਏਕ ਵਜ਼ੀਰ। ਜਗ ਬੰਦੀ ਮੁਕਤੇ ਹੋ ਮਾਰੀ, ਜਗ ਗਿਆਨੀ ਬਿਰਲਾ ਆਚਾਰੀ। ਜਗ ਬੰਦੀ ਮੁਕਤੇ ਹੋ ਮਾਰੀ, ਜਗ ਗਿਆਨੀ ਬਿਰਲਾ ਆਚਾਰੀ। ਜਗ ਪੰਡਤ ਬਿਰਲਾ ਵਿਚਾਰੀ, ਬਿਨ ਸਤਿਗੁਰ ਭੇਟੇ ਸਭ ਫਿਰੇ ਹੈਂਕਾਰੀ। ਬਿਨ ਸਤਿਗੁਰ ਜਗ ਪੰਡਤ ਬਿਰਲਾ ਵਿਚਾਰੀ, ਬਿਨ ਸਤਿਗੁਰ ਭੇਟੇ ਸਭ ਫਿਰੇ ਅਹੰਕਾਰੀ। ਜਗ ਦੁਖੀਆ ਸੁਖੀਆ ਜਨ ਕੋਇ, ਜਗ ਰੋਗੀ ਭੋਗੀ ਗੁਣ ਰੋਏ। ਜਗ ਦੁਖੀਆ ਸੁਖੀਆ ਜਨ ਕੋਇ, ਜਗ ਰੋਗੀ ਭੋਗੀ ਗੁਣ ਰੋਏ। ਜਗ ਉਪਜੇ ਬਿਨ ਸੇ ਪਤ ਖੋਏ, ਗੁਰਮੁਖ ਹੋਏ ਬੁਝੇ ਸੋਏ। ਜਗ ਉਪਜੇ ਬਿਨ ਸੇ ਪਤ ਖੋਏ, ਗੁਰਮੁਖ ਹੋਏ ਬੁਝੇ ਸੋਏ। ਮਹਿੰਗੋ ਮੋਲ ਪਾਰ ਅਪਾਰ, ਅਟਲ ਅਸਲ ਗੁਰਮਤਿ ਆਧਾਰ। ਮਹਿੰਗੋ ਮੋਲ ਪਾਰ ਅਪਾਰ, ਅਟਲ ਅਸਲ ਗੁਰਮਤਿ ਆਧਾਰ। ਪਾਏ ਮਿਲੇ ਪਾਵੇ ਪਇਕਾਰ, ਨਾਨਕ ਨੀਚ ਕਹੇ ਵਿਚਾਰ। ਪਾਏ ਮਿਲੇ ਪਾਵੇ ਪਇਕਾਰ, ਨਾਨਕ ਨੀਚ ਕਹੇ ਵਿਚਾਰ। ਇਸ ਸ਼ਬਦ ਵਿੱਚ ਗੁਰੂ ਜੀ ਦੱਸਦੇ ਹਨ ਕਿ ਕਰਤਾ ਪੁਰਖ ਪਰਮੇਸ਼ਰ ਬਾਰੇ ਕਥਨ ਕਰਨ ਨਾ ਜਾਂ ਲੇਖ ਲਿਖਣ ਵਾਲੇ ਤਾਂ ਬੇਅੰਤ ਹਨ, ਪਰ ਇਹ ਸਭ ਕੁਝ ਤਾਂ ਹੀ ਫਲੀਭੂਤ ਹੁੰਦਾ ਹੈ ਜੀ ਜੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਮਨੁੱਖ ਆਪਣੀ ਹਉਮੈ ਦਾ ਤਿਆਗ ਕਰੇ। ਗੁਰੂ ਜੀ ਆਖਦੇ ਸਾਰਾ ਜਗਤ ਸੰਸਾਰ ਮੋਹ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ ਹੈ ਜੀ, ਅਤੇ ਇਸ ਮੋਹ ਮਾਇਆ ਦੇ ਜਾਲ ਤੋਂ ਖਲਾਸ ਹੋਣ ਲਈ ਇੱਕੋ ਇੱਕ ਸਾਧਨ ਹੈ ਜੀ। ਉਹ ਕੀ ਹੈ ਜੀ? ਉਹ ਹੈ ਪਰਮੇਸ਼ਰ ਹਰਿ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ। ਜਿਹੀ ਸੰਕਟਮਈ ਸਥਿਤੀ ਵਿੱਚ ਕੇਵਲ ਅਤੇ ਕੇਵਲ ਗੁਰਸ਼ਬਦ ਗੁਰਬਾਣੀ ਨਾਮ ਸਹਾਇਕ ਹੁੰਦਾ ਹੈ ਜੀ। ਗੁਰੂ ਜੀ ਕਹਿੰਦੇ ਹਨ ਇਸ ਵਾਸਤੇ ਗੁਰਸ਼ਬਦ ਗੁਰਬਾਣੀ ਨਾਮ ਦੀ ਸੇਵਾ ਵਿੱਚ ਮਗਨ ਹੋ ਕੇ ਗੁਰਸ਼ਬਦ ਗੁਰਬਾਣੀ ਨਾਮ ਸਮਝਣਾ ਵਿਚਾਰਨਾ ਚਾਹੀਦਾ ਹੈ ਜੀ। ਗੁਰੂ ਜੀ ਆਖਦੇ ਹਨ ਜਿਹੇ ਗੁਰਮੁਖ ਸਾਧਕ ਹੀ ਜੀਵਨ ਵਿੱਚ ਮੁਕਤ ਹੋਏਗਾ। ਹਾਂਜੀ, ਜਿਨ੍ਹਾਂ ਨੇ
ਗੁਰਸ਼ਬਦ ਗੁਰਬਾਣੀ ਨਾਮ ਨੂੰ ਪੜ੍ਹਿਆ, ਸੁਣਿਆ, ਵਿਚਾਰਿਆ ਅਰ ਵਸਾਇਆ ਹੈ। ਗੁਰੂ ਜੀ ਆਖਦੇ ਹਨ, ਉਸ ਪਰਮੇਸ਼ਰ ਸਭ ਕੁਛ ਕਰਨ ਕਰਾਉਣ ਹਾਰ ਹੈ ਜੀ, ਤੇ ਗੁਰੂ ਦੀ ਮਿਹਰ ਕਿਰਪਾ ਦੁਆਰਾ ਹੀ ਉਸ ਨਾਲ ਮੇਲ ਸੰਭਵ ਹੈ ਜੀ। ਫਿਰ ਗੁਰੂ ਜੀ ਆਖਦੇ ਹਨ, ਜਗਤ ਵਿੱਚ ਗਿਆਨੀ ਜਾਂ ਵਿਚਾਰ ਕਰਨ ਵਾਲੇ, ਅਖਵਾਉਣ ਵਾਲੇ ਤਾਂ ਬਹੁਤ ਹਨ ਜੀ, ਪਰ ਸੱਚੇ ਵਿਦਵਾਨ, ਸੱਚਾ ਗਿਆਨ ਕਰਨ ਵਾਲਾ ਕੋਈ ਵਿਰਲਾ ਹੀ ਹੈ ਜੀ। ਗੁਰੂ ਜੀ ਆਖਦੇ ਹਨ, ਜੋ ਗੁਰਮੁਖ ਆਪਣੀ ਹਉਮੈ ਨੂੰ ਮਾਰ ਕੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਆਪਣੀ ਹਉਮੈ ਨੂੰ ਮਾਰ ਕੇ ਵਾਸਤਵਿਕਤਾ ਨੂੰ ਸਮਝਦੇ ਹਨ ਅਤੇ ਗੁਰਸ਼ਬਦ ਗੁਰਬਾਣੀ ਨਾਮ ਪ੍ਰੇਮਾ ਭਗਤੀ ਦੁਆਰਾ ਉਹ ਅਟੱਲ ਪਰਮੇਸ਼ਰ ਦਾ ਸੰਯੋਗ ਪ੍ਰਾਪਤ ਕਰ ਸਕਦੇ ਹਨ ਜੀ। ਗੁਰੂ ਜੀ ਆਖਦੇ ਹਨ, ਇਸ ਲਈ ਸਦਾ ਗੁਰਸ਼ਬਦ ਗੁਰਬਾਣੀ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਜੀ। ਸੋ ਗੁਰੂ ਜੀ ਆਖਦੇ ਹਨ ਕਿ ਵਿਦਵਾਨ ਪਰਮੇਸ਼ਰ ਸੰਬੰਧੀ ਅਸੰਖਾਂ ਲੇਖ ਲਿਖ ਕੇ ਬਹੁਤ ਮਾਣ ਹੰਕਾਰ ਕਰਦੇ ਹਨ ਜੀ ਕਿ ਮੈਂ ਗੁਰੂਆਂ ਬਾਰੇ ਇਹ ਲਿਖਿਆ, ਮੈਂ ਗੁਰੂਆਂ ਦੀ ਬਾਣੀ ਇੰਝ ਪੜ੍ਹਦਾ, ਇੰਝ ਸੁਣਦਾ, ਇੰਝ ਅਰਥ ਕਰਦਾ। ਗੁਰੂ ਜੀ ਆਖਦੇ ਹਨ, ਪਰ ਸਹੀ ਮੈਣਿਆਂ ਵਿੱਚ ਵਿਖਿਆਨ ਤਾਂ ਹੀ ਹੋ ਸਕਦਾ ਹੈ ਜੀ ਕਿ ਜੇ ਉਹਨਾਂ ਦਾ ਆਪਣਾ ਮਨ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਵਿਸ਼ਵਸਤ ਹੋ ਜਾਏ ਜੀ ਅਤੇ ਉਹਨਾਂ ਦੀ ਸੁਰਤ ਸੱਤ ਸਰੂਪ ਪਰਮੇਸ਼ਰ ਵਿੱਚ ਟਿਕ ਜਾਏ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੇ ਗੁਣਾਂ ਦਾ ਕਥਨ ਕਰਨ ਨਾਲ, ਬੋਲਣ ਨਾਲ, ਮਨ ਤਨ ਵਿੱਚ ਬਾਰ-ਬਾਰ ਪੜ੍ਹਨ ਨਾਲ ਜੇ ਅੰਦਰ ਨਾ ਵਸਿਆ ਹੋਵੇ ਤੇ ਸਗੋਂ ਹਉਮੈ ਦਾ ਭਾਰ ਵੱਧਦਾ ਹੈ। ਗੁਰੂ ਜੀ ਆਖਦੇ ਹਨ, ਪਰਮੇਸ਼ਰ ਬਾਰੇ ਅਸੰਖ ਲੇਖ ਕਈਆਂ ਨੇ ਲਿਖੇ ਹਨ ਜੀ, ਪਰ ਪਰਮੇਸ਼ਰ ਲੇਖਾਂ ਦੀ ਸੀਮਾ ਤੋਂ ਕਿਧਰੇ ਪਰੇ ਹੈ ਜੀ, ਬੇਅੰਤ ਹੈ ਜੀ, ਉਹ ਲਿਖਿਆ ਨਹੀਂ ਜਾ ਸਕਦਾ ਜੀ। ਗੁਰੂ ਜੀ ਆਖਦੇ ਹਨ, ਗੁਰਮੁਖੋ ਇਹੋ ਜਿਹਾ ਸੱਚਾ ਤੂੰ ਬਸ ਇੱਕ ਪਰਮੇਸ਼ਰ ਨੂੰ ਹੀ ਜਾਣ। ਇਸ ਜਗਤ ਸੰਸਾਰ ਵਿੱਚ ਜੰਮਣ ਮਰਨ ਦੇ ਪ੍ਰਕਾਰਜ ਨੂੰ ਵੀ ਉਸਦੇ ਹੁਕਮ ਅਨੁਸਾਰ ਸਮਝੋ ਜੀ ਰਹਾਓ। ਫਿਰ ਗੁਰੂ ਜੀ ਕਹਿੰਦੇ ਹਨ, ਮੋਹ ਮਾਇਆ ਦੇ ਕਾਰਨ ਸਾਰਾ ਜਗਤ ਜਮ ਕਾਲ ਨੇ ਬੰਨਿਆ ਹੋਇਆ ਹੈ ਜੀ। ਗੁਰੂ ਜੀ ਆਖਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਦੇ ਸਿਮਰਨ ਨਾਲ ਇਹ ਬੰਨਿਆ ਹੋਇਆ ਜੋ ਮੋਹ ਮਾਇਆ ਦਾ ਖੇਡ ਹੈ ਉਹ ਖਲਾਸ ਹੋ ਸਕਦਾ ਹੈ ਜੀ। ਗੁਰੂ ਜੀ ਆਖਦੇ ਹਨ, ਗੁਰਮੁਖੋ ਗੁਰਸ਼ਬਦ ਗੁਰਬਾਣੀ ਨਾਮ ਸੁੱਖਾਂ ਦਾ ਦਾਤਾ ਹੈ ਜੀ, ਇਸ ਲਈ ਕਿਸੇ ਹੋਰ ਨੂੰ ਨਾ ਲੱਭੋ ਜੀ। ਅਤੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਮਨ ਨੂੰ, ਤਨ ਵਿੱਚ ਉਸਨੂੰ ਵਸਾ ਕੇ ਲੋਕ ਪ੍ਰਲੋਕ ਤੁਹਾਡੇ ਨਾਲ ਹੀ ਨਿਭੇਗਾ ਜੀ। ਫਿਰ ਗੁਰੂ ਜੀ ਆਖਦੇ ਹਨ, ਜੋ ਗੁਰਮੁਖ ਸਾਧਕ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਜਿਉਂਦੇ ਜੀ ਮਰਦੇ ਹਨ ਜੀ, ਭਾਵ ਆਪਣਾ ਹੰਕਾਰ ਛੱਡਦੇ ਹਨ ਜੀ, ਆਪਣੇ ਵਿਸ਼ੇ ਵਿਕਾਰਾਂ ਨੂੰ ਤਿਆਗਦੇ ਹਨ ਜੀ, ਉਹੀ ਗੁਰਮੁਖਾਂ ਦੀ ਲਿਵ ਪਰਮੇਸ਼ਰ ਨਾਲ ਲੱਗਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੇ ਉਹ ਅਗਿਆਨ ਜਾਂ ਵਿਸ਼ੇ ਵਿਕਾਰਾਂ ਨੂੰ ਖਤਮ ਕਰ ਲਵੇ ਤਾਂ ਹੀ ਮਾਇਆਵੀ ਭਰਮ ਦੂਰ ਹੋ ਸਕਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੋ ਜੀਵ ਵਿਅਕਤੀ ਆਪਣੇ ਮਨ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਸ਼ਬਦ ਵਸਾ ਲੈਂਦਾ ਹੈ ਜੀ, ਉਹ ਜੀਵਨ ਮੁਕਤ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੋ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਗੁਰੂ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ ਤਾਂ ਉਹ ਪਰਮੇਸ਼ਰ ਨਾਲ ਅਭੇਦ ਹੋ ਜਾਂਦਾ ਹੈ ਜੀ, ਭਾਵ ਇੱਕ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਆਖਦੇ ਹਨ, ਜਿਸ ਪਰਮੇਸ਼ਰ ਨੇ ਧਰਤੀ, ਆਕਾਸ਼ ਅਤੇ ਗਗਨ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਜੀ, ਉਸ ਪਰਮੇਸ਼ਰ ਨੇ ਸਾਨੂੰ ਰਚਿਆ ਹੈ ਜੀ, ਸਾਨੂੰ ਵੀ ਇਹ ਜੀਵਨ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਸਾਰੀ ਸ੍ਰਿਸ਼ਟੀ ਨੂੰ ਬਣਾ ਕੇ ਆਪ ਹੀ ਫਿਰ ਉਹਨੂੰ
ਨਸ਼ਟ ਵੀ ਕਰ ਲੈਂਦਾ ਹੈ ਜੀ। ਅਤੇ ਉਹ ਆਪ ਹੀ ਸਭ ਵਿੱਚ ਨਿਰੰਤਰ ਵਸ ਰਿਹਾ ਹੈ ਜੀ। ਅਤੇ ਉਹ ਕੁਝ ਵੀ ਕਰਨ ਲੱਗਿਆਂ ਕਿਸੇ ਨੂੰ ਪੁੱਛਦਾ ਨਹੀਂ ਹੈ ਜੀ। ਅਤੇ ਫਿਰ ਆਪ ਹੀ ਉਹ ਭੁੱਲਾਂ ਚੁੱਕਾਂ ਮਾਫ਼ ਕਰਨ ਦਾ ਬਖਸ਼ਣਹਾਰ ਵੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਨਹੀਂ ਪਰਮੇਸ਼ਰ, ਤੂੰ ਮਾਣਕਾਂ ਅਤੇ ਹੀਰਿਆਂ ਦਾ ਭਰਪੂਰ ਸੰਸਾਰ ਰੂਪ ਸਮੁੰਦਰ ਹੈ ਜੀ। ਅਤੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਨਿਰਮਲ ਸੱਚੇ ਅਤੇ ਗੁਣਾ ਕਰਕੇ ਡੂੰਘਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਜੋ ਜੀਵ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਉਸ ਪਰਮੇਸ਼ਰ ਨੂੰ ਨਾਲ ਲੱਗਦੇ ਹਨ ਜੀ, ਉਹੀ ਗੁਰਮੁਖ ਸੁੱਖਾਂ ਨੂੰ ਮਾਣਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਤੋ ਇੱਕੋ ਹੀ ਸਵਾਮੀ ਹੈ ਜੀ, ਮਾਲਕ ਹੈ ਜੀ, ਅਤੇ ਇੱਕ ਆਪ ਹੀ ਵਜ਼ੀਰ ਵੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਸਾਰਾ ਜਗ ਸੰਸਾਰ ਹਉਮੈ ਦੀ ਬੰਦੀ ਵਿੱਚ ਹੈ, ਉਹਦੇ ਬੰਧਨਾਂ ਵਿੱਚ ਹੈ। ਉਹ ਗੁਰਮੁਖ ਮੁਕਤ ਹਨ ਜਿਨ੍ਹਾਂ ਨੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਆਪਣੀ ਹਉਮੈ ਮਾਰੀ ਹੋਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਜਗ ਸੰਸਾਰ ਵਿੱਚ ਗਿਆਨੀ ਧਿਆਨੀ ਤਾਂ ਬਹੁਤ ਹਨ ਜੀ, ਪਰ ਕੋਈ ਵਿਰਲੇ ਹੀ ਸੱਚੇ ਆਚਾਰਵਾਨ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਜਗਤ ਸੰਸਾਰ ਵਿੱਚ ਪੜ੍ਹੇ ਹੋਏ ਪੰਡਤ ਗਿਆਨੀ ਧਿਆਨੀ ਬਹੁਤ ਹਨ, ਪਰ ਸੱਚਾ ਵਿਚਾਰਵਾਨ ਕੋਈ ਵਿਰਲਾ ਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਤਿਗੁਰ ਨੂੰ ਮਿਲੇ ਬਿਨਾਂ ਸਾਰੀ ਖਲਕਤ ਸ੍ਰਿਸ਼ਟੀ ਹੰਕਾਰੀ ਹੋਈ ਫਿਰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਸਾਰਾ ਜਗ ਸੰਸਾਰ ਦੁਖੀ ਹੈ ਜੀ, ਕੋਈ ਵਿਰਲੇ ਗੁਰਮੁਖ ਸੇਵਕ ਨੂੰ ਮਿਲ ਕੇ ਹੀ ਸੁਖੀ ਹਨ ਜੀ। ਗੁਰੂ ਜੀ ਆਖਦੇ ਹਨ ਇਹ ਜਗਤ ਸੰਸਾਰ ਵਿਸ਼ੇ ਵਿਕਾਰਾਂ ਗ੍ਰਸਤ ਹੋਣ ਕਰਕੇ ਰੋਗੀ ਅਤੇ ਭੋਗੀ ਬਣਿਆ ਹੋਇਆ ਹੈ ਜੀ, ਅਤੇ ਆਤਮਿਕ ਗੁਣਾਂ ਲਈ ਰੋਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਗਤ ਸੰਸਾਰ ਵਿੱਚ ਪੈਦਾ ਹੁੰਦਾ ਹੈ ਜੀ ਅਤੇ ਮਰਦਾ ਹੈ ਜੀ, ਅਤੇ ਇਸ ਤਰ੍ਹਾਂ ਆਪਣੀ ਪ੍ਰਤਿਸ਼ਠਾ ਇੱਜ਼ਤ ਨਸ਼ਟ ਕਰ ਲੈਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਜੋ ਗੁਰਮੁਖ ਹੁੰਦੇ ਹਨ ਉਹ ਆਪਣਾ ਜੀਵਨ ਦੀ ਵਾਸਤਵਿਕਤਾ ਨੂੰ ਸਮਝਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਮਹਿੰਗੇ ਮੁੱਲ ਵਾਲਾ ਹੈ ਜੀ, ਭਾਵ ਉਹ ਬਹੁਤ ਅਧਿਕ ਭਾਰ ਵਾਲਾ ਹੈ ਜੀ, ਭਾਵ ਗੁਣਾਂ ਵਾਲਾ ਹੈ, ਅਟਲ ਹੈ, ਅਛਲ ਹੈ, ਅਤੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਗੁਰਮਤਿ ਦੁਆਰਾ ਹਿਰਦੇ ਵਿੱਚ ਧਾਰਿਆ ਜਾ ਸਕਦਾ ਹੈ ਜੀ, ਵਸਾਇਆ ਜਾ ਸਕਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਨੋ ਪਰਮੇਸ਼ਰ ਗੁਰਸ਼ਬਦ ਗੁਰਬਾਣੀ ਨਾਮ ਦੇ ਪ੍ਰੇਮ ਦੁਆਰਾ ਮਿਲਦਾ ਹੈ ਜੀ, ਅਤੇ ਉਸ ਨੂੰ ਮਿਲਣ ਲਈ ਨਿਮਾਣਾ ਹੋ ਕੇ ਹਉਮੈ ਹੰਕਾਰ ਨੂੰ ਛੱਡ ਕੇ ਜਾਣਾ ਹੈ ਜੀ। ਗੁਰੂ ਜੀ ਆਖਦੇ ਹਨ ਨਾਨਕ ਵਿਚਾਰ ਪੂਰਵਕ ਕਹਿੰਦਾ ਹੈ ਜੀ ਕਿ ਉਸ ਦੇ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਭੈ ਵਿੱਚ ਕਾਰ ਕਰਨ ਵਾਲੇ ਹੀ ਪਰਮੇਸ਼ਰ ਨੂੰ ਚੰਗੇ ਲੱਗਦੇ ਹਨ ਜੀ। ਇਹ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਗੁਰੂ ਜੀ ਆਖਦੇ ਹਨ ਕਰਤਾ ਪੁਰਖ ਸਿਰਜਣਹਾਰ ਵਾਹਿਗੁਰੂ ਜੀ ਬਾਰੇ ਅਣਗਿਣਤ ਲਿਖਾਰੀ ਆਪਣੋ ਆਪਣੀ ਬੁੱਧ ਅਨੁਸਾਰ ਅਨੇਕਾਂ ਪ੍ਰਕਾਰਾਂ ਦੇ ਲੇਖ ਲਿਖਦੇ ਹਨ, ਕਿਤਾਬਾਂ ਲਿਖਦੇ ਹਨ। ਵਿਚਾਰਾਂ ਦਾ ਲਿਖਣਾ, ਕਿਤਾਬਾਂ ਦਾ ਲਿਖਣਾ ਕੋਈ ਮਾੜੀ ਗੱਲ ਨਹੀਂ ਹੈ ਜੀ, ਪਰ ਉਸ 'ਤੇ ਮਾਣ ਅਤੇ ਹੰਕਾਰ ਕਰਨਾ ਮਾੜਾ ਹੈ ਜੀ, ਕਿਉਂਕਿ ਗਰਵ ਹੰਕਾਰ ਕਰਕੇ ਮਨੁੱਖ ਦੇ ਗੁਣ ਜੋ ਹਨ ਉਹ ਗਲ ਜਾਂਦੇ ਹਨ ਜੀ, ਅਤੇ ਫੋਕਟ ਲੇਖਣੀ ਹਉਮੈ ਦੀ ਕਥਨੀ ਜੋ ਹੈ ਉਹ ਬਦਨੀ ਨਾਲ ਭਰੀ ਹੋਈ ਹੁੰਦੀ ਹੈ ਜੀ। ਗੁਰੂ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਵਿੱਚ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਦੇ ਲੇਖ ਤੋਂ ਬਿਨਾਂ, ਜਿਸ ਤਰ੍ਹਾਂ ਪੰਕਤੀ ਹੈ ਜੀ ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ, ਹਉਮੈ ਵਿੱਚ ਸਭ ਪੜ੍ਹ ਕੇ ਦੂਜੇ ਭਾਏ ਖੁਆਰ ਦਾ ਪ੍ਰਤੀਕ ਹੈ ਜੀ। ਜਦੋਂ
ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਹਿਰਦਾ ਦੀ ਮੈਲ ਨਿਕਲ ਜਾਏ ਜੀ, ਤੇ ਸੁਰਤ ਵਿੱਚ ਵਾਹਿਗੁਰੂ ਜੀ ਦਾ ਗੁਰਸ਼ਬਦ ਗੁਰਬਾਣੀ ਨਾਮ ਵਸ ਜਾਏ ਜੀ, ਤਾਂ ਉਸ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਭਿੱਜੇ ਹੋਏ ਹਿਰਦੇ ਵਿੱਚੋਂ ਉੱਠਿਆ ਨਾਦ, ਲੇਖ, ਵਿਖਿਆਨ, ਨਿਰੋਲ ਸੱਚ ਹੋਵੇਗਾ ਜੀ। ਫਿਰ ਗੁਰੂ ਜੀ ਆਖਦੇ ਹਨ, ਲਿਖਣਾ ਅਤੇ ਬੋਲਣਾ ਮੱਤ ਤੀਕ ਸੀਮਤ ਹੁੰਦਾ ਹੈ ਜੀ, ਪਰ ਪਰਮੇਸ਼ਰ ਅਲੇਖ ਅਤੇ ਅਸੀਮ ਹੈ ਜੀ। ਜੇ ਅਸੀਂ ਸੰਸਾਰ ਵਿੱਚ ਵੱਲ ਨਿਗਾਹ ਮਾਰੀਏ ਜੀ, ਤਾਂ ਇਹ ਸਾਰਾ ਜਗ ਸੰਸਾਰ ਹੀ ਹਉਮੈ ਦੀ ਕੈਦ ਵਿੱਚ ਗ੍ਰਸਤ ਹੈ ਜੀ। ਸੰਸਾਰ ਵਿੱਚ ਪੜ੍ਹੇ ਲਿਖੇ ਗਿਆਨੀ ਧਿਆਨੀਆਂ ਦੀ ਕੋਈ ਕਮੀ ਨਹੀਂ ਹੈ ਜੀ, ਪਰ ਸਾਰੀ ਖਲਕਤ ਵਿੱਚੋਂ ਹੰਕਾਰ ਤੋਂ ਰਹਿਤ ਕੋਈ ਵਿਰਲੇ ਗੁਰਮੁਖ ਹੀ ਹਨ ਜੀ। ਸੋ ਸਿਧਾਂਤ ਇਹ ਹੈ ਜੀ ਕਿ ਕੇਵਲ ਕਥਨੀ ਤੇ ਬਦਨੀ ਭਾਵ ਜਵਾਨੀ ਜਮ੍ਹਾਂ ਖਰਚ ਕਰਨ ਨਾਲ ਜੀਵਨ ਦਾ ਕੁਝ ਨਹੀਂ ਸਮਝਦਾ ਜੀ। ਜਗਿਆਸੂ ਗੁਰਮਤਿ ਦੁਆਰਾ ਗੁਰਸ਼ਬਦ ਗੁਰਬਾਣੀ ਨਾਮ ਪ੍ਰੇਮਾ ਭਗਤੀ ਦਾ ਧਾਰਨੀ ਨਹੀਂ ਬਣਦਾ ਜੀ, ਜਦੋਂ ਤੱਕ ਉਦੋਂ ਤੱਕ ਕੁਛ ਨਹੀਂ ਸਮਝਦਾ ਜੀ। ਇਸ ਅਫਸੀ ਵਿੱਚ ਸੰਸਾਰੀ ਵਿਦਿਆ ਜੋ ਹੈ ਉਹ ਮਨੁੱਖ ਨੂੰ ਹੰਕਾਰੀ ਬਣਾਉਂਦੀ ਹੈ ਜੀ, ਅਤੇ ਕਈ ਲੋਕਾਂ ਨੂੰ ਕੁਰਾਹੇ ਪਾਉਂਦੀ ਹੈ ਜੀ, ਅਤੇ ਪਰਮੇਸ਼ਰ ਤੋਂ ਦੂਰ ਰੱਖਦੀ ਹੈ। ਅਤੇ ਪਰਮੇਸ਼ਰ ਦਾ ਜ਼ਿਕਰ ਕਰਕੇ ਉਹ ਕਰਮ ਕਾਂਡੀਆਂ ਤੇ ਨਿਰਾ ਕਥਨੀ ਬਦਨੀ ਕਰਨ ਵਾਲਿਆਂ ਨੂੰ ਦੱਸਦੇ ਹਨ ਜੀ। ਸੋ ਕਿ ਵਿਰਲੇ ਹੀ ਇਸ ਜਗਤ ਸੰਸਾਰ ਵਿੱਚ ਸੱਚੇ ਲਿਖਾਰੀ, ਸੱਚੇ ਵਿਦਵਾਨ ਜੋ ਆਪ ਗੁਰਸ਼ਬਦ ਗੁਰਬਾਣੀ ਗੁਰਨਾਮ ਨਾਲ ਭਿੱਜੇ ਹੋਏ ਹਨ, ਉਹਨਾਂ ਦਾ ਮਨ ਤਨ ਗੁਰਸ਼ਬਦ ਗੁਰਬਾਣੀ ਨਾਮ ਨਾਲ ਭਿੱਜਿਆ ਹੋਇਆ ਹੈ ਜੀ, ਉਹ ਸੱਚੇ ਲਿਖਾਰੀ ਹਨ ਜੀ। ਜਿਸ ਤਰ੍ਹਾਂ ਗੁਰੂ ਜੀ ਸ਼ਬਦ ਇਹਨਾਂ ਪੰਕਤੀਆਂ ਦੀ ਆਖਦੇ ਹਨ, ਮਹਿੰਗੋ ਮੋਲ ਭਾਰ ਅਪਾਰ ਅਟਲ ਅਛਲ ਗੁਰਮਤਿ ਧਾਰ। ਮਹਿੰਗੋ ਮੋਲ ਭਾਰ ਅਪਾਰ ਅਟਲ ਅਛਲ ਗੁਰਮਤਿ ਧਾਰ। ਪਾਏ ਮਿਲੇ ਪਾਵੇ ਪਇਕਾਰ ਨਾਨਕ ਨੀਚ ਕਹੇ ਵਿਚਾਰ। ਪਾਏ ਮਿਲੇ ਪਾਵੇ ਪਇਕਾਰ ਨਾਨਕ ਨੀਚ ਕਹੇ ਵਿਚਾਰ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।